परम सत्कारयोग साध संगत जी, ਸਾਰੇ ਹੀ ਰਸਨਾ ਪਵਿੱਤਰ ਕਰ ਲਈਏ ਤੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ। ਸਾਧ ਸੰਗਤ ਜੀ, ਅੱਜ ਦੀ ਸਾਖੀ ਦਾ ਸਿਰਲੇਖ ਹੈ ਹੈਲੀਕਾਪਟਰ ਦਾ ਧੁੰਦ ਤੋਂ ਬਾਹਰ ਕੱਢਣਾ। ਇਹ ਸਾਖੀ ਸੰਬੰਧਿਤ ਹੈ ਲੈਫਟੀਨੈਂਟ ਕਰਨਲ HS ਚੀਮਾ ਰਿਟਾਇਰਡ। ਆਪਣੇ ਪਰਿਵਾਰ ਨਾਲ ਘਟੀ ਇੱਕ ਐਸੀ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਇਹ ਘਟਨਾ ਉਹਨਾਂ ਦਿਨਾਂ ਦੀ ਹੈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਅਚਾਨਕ ਅਸਵਸਥ ਹੋ ਦਿੱਲੀ ਵਿਸ਼ਰਾਮ ਕਰ ਰਹੇ ਸਨ। ਮੇਰਾ ਵੱਡਾ ਲੜਕਾ ਸਿਮਰਪ੍ਰੀਤ ਸਿੰਘ ਪ੍ਰੀਤ ਉਨੀ ਦਿਨੀ ਹੈਲੀਕਾਪਟਰ ਪਾਇਲਟ ਦੇ ਤੌਰ 'ਤੇ ਲੱਦਾਖ ਸਰਵਿਸ ਕਰ ਰਿਹਾ ਸੀ। ਉਸ ਦੀ ਧਰਮ ਪਤਨੀ ਹਰਜੋਤ ਕੌਰ ਬੱਚਿਆਂ ਸਮੇਤ ਮੇਰੇ ਨਾਲ ਮੁਹਾਲੀ ਰਹਿ ਰਹੀ ਸੀ। ਇੱਕ ਦਿਨ ਹਰਜੀਤ ਚਿੰਤਿਤ ਹੋ ਕਹਿਣ ਲੱਗੀ, ਪਾਪਾ ਮੈਨੂੰ ਪ੍ਰੀਤ ਬਾਰੇ ਬਹੁਤ ਬੁਰੇ ਖਿਆਲ ਆ ਰਹੇ ਹਨ। ਮੈਂ ਇਹ ਕਹਿ ਕੇ ਕਿ ਉਹ ਕਾਫੀ ਮੁਸ਼ਕਿਲ ਜਗ੍ਹਾ ਹਵਾਈ ਜਹਾਜ਼ ਉਡਾਉਂਦਾ ਹੈ, ਇਸ ਵਾਸਤੇ ਐਸੇ ਖਿਆਲ ਆਉਣਾ ਸੁਭਾਵਕ ਹਨ। ਦਿਲਾਸਾ ਦਿੱਤਾ, ਨਾਲ ਹੀ ਸਾਧੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਦਾ ਭਰੋਸਾ ਵੀ ਦਵਾਇਆ। ਇਸ ਤੋਂ 2 ਦਿਨ ਪਿੱਛੋਂ ਹੀ ਬੇਟੇ ਨੇ ਲੇਹ ਤੋਂ ਫੋਨ ਕੀਤਾ ਅਤੇ ਸਾਧੂ ਸੱਚੇ ਪਾਤਸ਼ਾਹ ਵੱਲੋਂ ਉਸ ਨੂੰ ਨਵਾਂ ਜੀਵਨ ਬਖਸ਼ਣ ਦਾ ਧੰਨਵਾਦ ਕਰਨ ਅਤੇ ਕੁਝ ਮਾਇਆ ਭੇਟ ਕਰਨ ਵਾਸਤੇ ਗਿਆ। ਫਿਰ ਉਸਨੇ ਸਾਰੀ ਘਟਨਾ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਕਿ ਮੈਂ ਅਤੇ ਮੇਰਾ ਇੱਕ ਸਾਥੀ ਪਾਇਲਟ ਜ਼ਰੂਰੀ ਮਿਸ਼ਨ ਵਾਸਤੇ ਹੈਲੀਕਾਪਟਰ ਦੀ ਉਡਾਨ ਭਰ ਇੱਕ ਬਹੁਤ ਉੱਚੀ ਬਰਫ਼ ਨਾਲ ਢਕੀ ਪਹਾੜੀ ਦੇ ਪਾਰ ਗਏ। ਹੈਲੀਕਾਪਟਰ ਦਾ ਕੰਟਰੋਲ ਦੂਸਰੇ ਅਫਸਰ ਕੋਲ ਸੀ। ਅਚਾਨਕ ਮੌਸਮ ਬਦਲਿਆ ਅਤੇ ਅਸੀਂ ਧੁੰਦ ਵਿੱਚ ਇੰਨੇ ਘਿਰ ਗਏ ਕਿ ਕੁਝ ਨਜ਼ਰ ਹੀ ਨਹੀਂ ਸੀ ਆ ਰਿਹਾ। ਇਤਨੀ ਘਬਰਾਹਟ ਹੋਈ ਕਿ ਕੁਝ ਸਮਝ ਹੀ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ। ਇੰਜ ਪ੍ਰਤੀਤ ਹੋ ਰਿਹਾ ਸੀ ਕਿ ਆਖਰੀ ਸਮਾਂ ਸਾਡਾ ਆ ਹੀ ਗਿਆ ਹੈ। ਸਾਰੇ ਆਸਰੇ ਟੁੱਟਣ 'ਤੇ ਸਤਿਗੁਰ ਦੇ ਆਸਰੇ ਦਾ ਅਨੁਭਵ ਹੋਇਆ ਅਤੇ ਸੁਭਾਵਕ ਹੀ ਸਤਿਗੁਰ ਜਗਜੀਤ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਫਿਰ ਐਸੀ ਘਟਨਾ ਘਟੀ ਜਿਸ ਨੂੰ ਬਿਆਨਿਆ ਹੀ ਨਹੀਂ ਜਾ ਸਕਦਾ, ਸਿਰਫ ਅਨੁਭਵ ਕੀਤਾ ਜਾ ਸਕਦਾ ਹੈ। ਕਿਸੇ ਅਲੌਕਿਕ ਸ਼ਕਤੀ ਕਾਰਨ ਮੈਂ ਕੋ-ਪਾਇਲਟ ਹੋਣ ਦੇ ਬਾਵਜੂਦ ਕੰਟਰੋਲ ਸੰਭਾਲਿਆ। ਉਸ ਪਿੱਛੋਂ ਮੈਨੂੰ ਇਹ ਨਹੀਂ ਪਤਾ ਕਿ ਮੈਂ ਕੀ ਅਤੇ ਕਿਉਂ ਕੀਤਾ, ਪਰ ਜੋ ਵੀ ਕੀਤਾ ਉਸ ਕਾਰਨ ਅਸੀਂ ਕੁਝ ਹੀ ਪਲਾਂ ਵਿੱਚ ਧੁੰਦ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਆਏ। ਹੋਸ਼ ਸੰਭਾਲੀ ਅਤੇ ਵੇਖਿਆ ਕਿ ਪਹਾੜੀ ਬਰਫ਼ ਨਾਲ ਢਕੀ ਹੋਈ ਸੀ। ਜਿਸ ਪਾਸੇ ਅਸੀਂ ਜਾ ਰਹੇ ਸਾਂ ਬਹੁਤ ਉੱਚੀ ਪਹਾੜੀ ਸੀ ਅਤੇ ਥੱਲੇ ਬਹੁਤ ਡੂੰਘੀ ਖਾਈ। ਜੋ ਰਸਤਾ ਮੈਂ ਅਪਣਾਇਆ ਇਹੋ ਹੀ ਸੀ, ਇੱਕ ਰਸਤਾ ਸੁਰੱਖਿਅਤ ਨਿਕਲਣ ਦਾ। ਵਾਪਸ ਬੇਸ ਪਹੁੰਚਿਆ ਤਾਂ ਸਭ ਨੇ ਖੁਸ਼ੀਆਂ ਮਨਾਈਆਂ। ਮੇਰੀ ਉੱਡਣ ਦੀ ਬੇਹੱਦ ਪ੍ਰਸ਼ੰਸਾ ਕੀਤੀ ਗਈ ਅਤੇ ਸਭ ਨੇ ਮੁਬਾਰਕਬਾਦਾਂ ਦਿੱਤੀਆਂ, ਪਰ ਕਿਸੇ ਨੂੰ ਕੀ ਪਤਾ ਤੇ ਮੈਨੂੰ ਆਪ ਹੀ ਪਤਾ ਨਹੀਂ ਸੀ ਕਿ ਮੈਂ ਕੀ ਕੀਤਾ ਅਤੇ ਕਿਉਂ ਕੀਤਾ। ਮੈਨੂੰ ਤਾਂ ਜੇਕਰ ਸੱਚੇ ਪਾਤਸ਼ਾਹ ਜੀ ਸੋਝੀ ਨਾ ਦਿੰਦੇ ਤਾਂ ਉਸ ਹਾਲਤ ਵਿੱਚ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਨੀ ਵੀ ਨਾ ਸੁੱਝਦੀ। ਇਸ ਹਾਦਸੇ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਸਤਿਗੁਰ ਜੀ ਦੇ ਦਿੱਲੀ ਦਰਸ਼ਨ ਕਰਕੇ ਆਇਆ ਸਾਂ। ਸੱਚੇ ਪਾਤਸ਼ਾਹ ਨੂੰ ਨਿੱਜੀ ਤੌਰ 'ਤੇ ਧੰਨਵਾਦ ਕਰਨ ਦਾ ਇਹ ਉਚਿਤ ਸਮਾਂ ਨਾ ਸਮਝ ਕੇ ਮੈਂ ਬੇਟੇ ਨੂੰ ਸੁਝਾਅ ਦਿੱਤਾ ਕਿ ਉਹ ਛੁੱਟੀ ਲੈ ਕੇ ਆਵੇ ਤੇ ਅਸੀਂ ਸਾਰੇ ਪਰਿਵਾਰ ਸਮੇਤ ਭੈਣੀ ਸਾਹਿਬ ਜਾ ਕੇ ਦਰਸ਼ਨ ਕਰਾਂਗੇ ਅਤੇ ਨਾਲ ਹੀ ਸਨਮੁਖ ਹੋ ਕੇ ਧੰਨਵਾਦ ਕਰਾਂਗੇ। ਧੰਨਵਾਦ ਦਾ ਮੌਕਾ ਮਿਲਣ ਵਿੱਚ ਜ਼ਿਆਦਾ ਦੇਰ ਨਾ ਲੱਗੀ। ਕੁਝ ਹੀ ਦਿਨਾਂ ਵਿੱਚ ਮੇਰੇ ਪਾਤਸ਼ਾਹ ਜੀ ਸ਼੍ਰੀ ਭੈਣੀ ਸਾਹਿਬ ਪਹੁੰਚ ਗਏ ਅਤੇ ਪ੍ਰੀਤ ਨੂੰ ਵੀ ਛੁੱਟੀ ਮਿਲ ਗਈ। ਮੈਂ ਅਤੇ ਮੇਰੇ ਬੇਟੇ ਦਾ ਪਰਿਵਾਰ, ਉਸ ਦੀ ਪਤਨੀ ਅਤੇ ਦੋਵੇਂ ਹੀ ਬੱਚੇ, ਅਸੀਂ ਸਾਰੇ ਸਤਿਗੁਰਾਂ ਦੇ ਦਰਸ਼ਨ ਕਰਨ ਸ਼੍ਰੀ ਭੈਣੀ ਸਾਹਿਬ ਗਏ। ਉਨੀ ਦਿਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਹਰ ਲਾਅਨ ਵਿੱਚ ਬੈਠ ਕੇ ਦਰਸ਼ਨ ਦਿੰਦੇ ਸਨ ਅਤੇ ਸੰਗਤ ਕਤਾਰ ਵਿੱਚ ਲੱਗ ਮੱਥਾ ਟੇਕਦੀ ਹੁੰਦੀ ਸੀ।
क्योंकि साडा मंतव दर्शन तो इलावा धन्नवाद करन दा भी सी। इस करके मैं श्री सतगुरु जी के निजी सेवक संत रछपाल सिंह जी नूं बुलाया अते सारी घटना बयान कर सागू सच्चे पातशाह जी नूं धन्नवाद करन वास्ते अर्ज कर दित्ती। असीं सारा परिवार सतगुरु जी दे सन्मुख खड़े हो गए अते संत रछपाल सिंह जी ने घटना का बयान आरंभ किया। हाले घटना पूरी बयान हुई भी नहीं सी कि सागू सच्चे पातशाह जी हथ चुके आशीर्वाद दिता अते कहा कि तुहाडे ते सतगुरु ने बड़ी किरपा की है। सारे शंके निवृत्त हो गए अते दृढ़ विश्वास हो गया कि वो आप ही सन उस दिन हैलीकॉप्टर नूं कंट्रोल करन वाले। एक होर साखी है, साखी का सिरलेख है राम रजा। संबंधित है जथेदार जोगा सिंह जी दिल्ली। मैं मिलटरी विच नौकरी दौरान जम्मू सी। श्री सतगुरु जी उत्थे दर्शन दिते ते मैनू विआह करवाउण लई आग्या कीती। मैं लैफ्टिनेंट दे अहुदे लई इम्तिहान की तैयारी विच सी। नौजवान अविवाहित नूं पहल मिलदी सी इस इम्तिहान विच। इस करके मैं विआह करवाउण लई तैयार ही ना होया। पर यह मेरी दुनियावी सोच सी। श्री सतगुरु जी त्रिकालदर्शी हन, वो सब जानते सन मेरे भविख के बारे। राम रजा मैं 2 बार इम्तिहान विच फेल हो गया। श्री सतगुरु जी नूं अर्ज की 3 बार बचन किया, चंगा होया तू फेल हो गया है। मैं अपनी गलती महसूस की। श्री सतगुरु जी की रजा अगे शीश निवाया। फिर श्री सतगुरु जी हुक्म किया कि श्री भैणी साहब पहुँच। मिथे समय तारीख अनुसार मैं नौकरी तो छुट्टी लै श्री भैणी साहब पहुँचा। पता लगा श्री सतगुरु जी पटियाले वाल गए हुए ने। मैं मन विच रोस किया, मैनू बुला के आप दौरे ते चले गए ने। श्री सतगुरु जी के निवास स्थान अगे बौड़ थले खलोता इंज सोच ही रहा सी। तद ही पता लगा जब श्री सतगुरु जी की कार मेरे पास ही आन खलोती। श्री सतगुरु जी कार की खिड़की खोली। मैं सिर झुका के नमस्कार की। पर जद मैं सिर उतां चुकिया तो श्री सतगुरु जी की सीट ते नहीं सन। मैं सोचिया बाहर किधरों दी चले गए। खिड़की अगे मैं खलोता होया हाँ। कुछ सैकेंड बाद श्री सतगुरु जी पिछों दी मेरा कान फड़िया ते हल्का प्रेम भरिया थप्पड़ मार बचन किया, मैं इधर हाँ। श्री सतगुरु जी का यह कौतक देख शीश निवाया। पिछले पैर के दीवान दौरान श्री सतगुरु जी अपने कर कमला नाल एक कागज़ ते लिखिया, लड़की लैके फौरन श्री भैणी साहब पहुँच जाओ। मैनू आग्या की ए तार देहरादून भिजवा दिओ। तार भेजी गई। मैनू हुक्म किया कल शाम तक माता पिता नू लैके वापस आ जावीं, परसों तेरा आनंद करना है। श्री सतगुरु जी की रजा अनुसार आनंद कारज होया, खुशियां मिलिया। श्री सतगुरु जी बचन किया, मैं तुहाडा जिम्मेदार हाँ। जिंदगी च कोई भी अड़चन आवे तुसी सीधे मेरे पास आ जाना। बच्चों की दात प्राप्त ना हुई, अर्ज लिख भेजी। हजूर ने अपने कर कमला नाल लिखिया, पुत्ती गंढ पवै संसार। पर सब तो जरूरी श्री सतगुरु राम सिंह जी नाल गंढ लगना है। सच्चे पातशाह ने किरपा की, नादी पुत्र बख्शिया। धन श्री सतगुरु जगजीत सिंह जी।